ਅਮਰੀਕਾ ਤੋਂ ਆਈ ਇੱਕ ਫੈਮਿਲੀ ਨੇ ਰਿਕਸ਼ਾ ਡਰਾਈਵਰ ਨੂੰ ਬਹੁਤ ਵੱਡੀ ਆਫਰ ਦਿੱਤੀ। ਉਹ ਸੁਣ ਕੇ ਪਰੇਸ਼ਾਨ ਹੋ ਗਿਆ। ਜਵਾਨ ਕਹਿੰਦਾ ਕਿ ਸਾਡੇ ਗੁਆਂਢ ਇੱਕ ਪਲਾਟ ਖਾਲੀ ਹੈ, 4 ਸਾਲ ਤੋਂ ਉਹ ਪਲਾਟ ਪਿਆ ਹੈ। ਜਿਹੜਾ ਬੰਦਾ ਵੀ ਆਉਂਦਾ ਸੀ ਦੇਖਣ ਵਾਸਤੇ ਉਹਦਾ ਰੇਟ ਸੁਣ ਕੇ ਵਾਪਸ ਟੁਰ ਜਾਂਦਾ, ਕੋਈ ਬੰਦਾ ਲੈਣ ਨੂੰ ਤਿਆਰ ਨਹੀਂ ਸੀ। ਕਹਿੰਦਾ ਮੈਂ ਰਿਕਸ਼ਾ ਲੈ ਕੇ ਆਪਣੇ ਘਰ ਦੇ ਬੂਹੇ ਦੇ ਬਾਹਰ ਹੀ ਬੈਠਿਆ ਸਾਂ, ਬਿਲਕੁਲ ਨਾਲ ਹੀ ਤੇ ਪਲਾਟ ਹੈ ਸੀ। ਕਹਿੰਦਾ ਇੱਕ ਫੈਮਿਲੀ ਆਈ ਪਲਾਟ ਦੇਖਣ ਵਾਸਤੇ, ਉਹਨਾਂ ਫਟਾਫਟ ਉਹ ਪਲਾਟ ਜਿਹੜਾ ਪਸੰਦ ਕਰ ਲਿਆ। ਉਸੇ ਟਾਈਮ ਉਹਨਾਂ ਹਾਮੀ ਭਰ ਲਈ, ਨਾ ਉਹਨਾਂ ਰੇਟ ਕਢਾਇਆ। ਉਹਨਾਂ ਆਖਿਆ ਜੀ ਸਾਨੂੰ ਜਗ੍ਹਾ ਪਸੰਦ ਇਹ ਅਸਾਂ ਹੀ ਲੈਣੀ ਹੈ। ਕਹਿੰਦਾ ਚੰਗੀ ਅਮੀਰ ਫੈਮਿਲੀ ਲੱਗ ਰਹੀ ਸੀ। ਕਹਿੰਦਾ ਨਾਲ ਹੀ ਗੱਡੀ 'ਚ ਬੈਠੇ ਤੇ ਉਹ ਨਿਕਲ ਗਏ। ਕਹਿੰਦਾ ਮੈਂ ਘਰ ਆ ਕੇ ਅੰਮਾਰਾਂ ਨੂੰ ਆਖਿਆ ਕਿ ਇਸ ਤਰ੍ਹਾਂ ਇੱਕ ਫੈਮਿਲੀ ਆਈ ਸੀ, ਉਹਨਾਂ ਪਲਾਟ ਤੱਕਿਆ, ਉਹਦੇ ਨੇ ਸਾਨੂੰ ਪਲਾਟ ਪਸੰਦ ਆ, ਲੱਗਦਾ ਹੈ ਪਲਾਟ ਵੇਚ ਗਿਆ ਤੇ ਬੰਦੇ ਬੜੇ ਅਮੀਰ ਨੇ। ਇਹਦਾ ਅੰਮਾਰੀ ਕਹਿੰਦਾ ਚਲੋ ਪੁੱਤਰ ਸ਼ੁਕਰ ਹੈ ਕੋਈ ਸਾਡੇ ਗੁਆਂਢ ਵੀ ਬੰਦਾ ਆਵੇ, ਬਿਲਕੁਲ ਖਾਲੀ ਪਲਾਟ ਪਿਆ ਸੀ ਤੇ ਇਸ ਪਲਾਟ ਨੂੰ ਤੱਕ ਹੀ ਡਰਨੇ ਆ। ਕਹਿੰਦਾ ਬਹਰਾਲ ਇੰਜ ਹੋਇਆ ਕਿ ਉਸ ਤੋਂ ਬਾਅਦ ਉੱਥੇ ਮਕਾਨ ਸ਼ੁਰੂ ਹੋ ਗਏ ਤੇ ਇੱਕ ਬਜ਼ੁਰਗ ਜਿਹੜਾ ਉਹ ਪੱਕੇ ਉੱਥੇ ਆ ਕੇ ਰਹਿਣ ਲੱਗ ਪਏ। ਕਹਿੰਦਾ ਮੇਰੇ ਨਾਲ ਮਾੜੀ ਮੋਟੀ ਗੱਲ ਕਰਦੇ ਸੀ, ਮੇਰੇ ਕੋਲ ਰਕਸ਼ਾ ਮੈਨੂੰ ਕਹਿੰਦੇ ਜਾ ਕੇ ਸਾਨੂੰ ਬੋਤਲਾਂ ਲਿਆ ਦੇ, ਬਰਫ਼ ਲਿਆ ਦੇ। ਕਹਿੰਦਾ ਕੋਈ ਨਾ ਕੋਈ ਮੈਂ ਕੰਮ ਜਿਹੜਾ ਨਾ ਉਹਨਾਂ ਦਾ ਕਰਦਾ ਰਹਿੰਦਾ ਸੀ। ਅਕਸਰ ਉਹਨਾਂ ਨੂੰ ਵੀ ਕਿਧਰੇ ਨਾ ਕਿਧਰੇ ਲੈ ਕੇ ਜਾਂਦਾ ਸਾਂ, ਲੇਕਿਨ ਮੈਂ ਕਦੇ ਨਹੀਂ ਸੀ ਪੁੱਛਿਆ ਕਿ ਬਾਬਾ ਜੀ ਤੁਸੀਂ ਕੌਣ ਹੋ ਜਾਂ ਇੱਥੇ ਕਿਉਂ ਬੈਠੇ ਰਹਿੰਦੇ ਹੋ। ਲੇਕਿਨ ਖੈਰ ਕਹਿੰਦਾ ਉਹਨਾਂ ਆਪੂ ਬਜ਼ਾਤੇ ਖੁਦ ਸਿਰ ਤੇ ਬਹਿ ਕੇ ਤੇ ਕੋਠੀ ਬਣਵਾਈ। ਕਹਿੰਦਾ ਕੁਝ ਵੀ ਨਹੀਂ ਤੇ ਕੋਠੀ ਜਿਹੜਾ 5-6 ਕਰੋੜ ਦੀ ਬਣੀ ਹੈ ਤੇ ਬਾਬਾ ਜੀ ਇੱਕ ਪੈਸੇ ਦਾ ਹਿਸਾਬ ਰੱਖਦੇ ਸੀ। ਮੈਨੂੰ ਵੀ ਕਦੇ ਉਹਨਾਂ ਫालतू ਪੈਸੇ ਨਹੀਂ ਸੀ ਦਿੱਤੇ। ਬਾਰਾ ਕਹਿੰਦਾ ਜਿਸਲੇ ਉਹ ਕੋਠੀ ਤਿਆਰ ਹੋ ਗਈ ਤੇ ਇੱਕ ਫੈਮਿਲੀ ਆਈ, ਕਹਿੰਦਾ ਜਿਨ੍ਹਾਂ ਨੇ ਜਗ੍ਹਾ ਦੇਖੀ ਸੀ। ਕਹਿੰਦਾ ਗੱਡੀ 'ਚ 4-5 ਹੋਰ ਵੀ ਫੈਮਲੀਆਂ ਆਈਆਂ। ਕਹਿੰਦਾ ਅੰਦਰ ਵੜ ਗਏ ਕੋਠੀ ਤੇ ਕਹਿੰਦਾ ਗਹਿਮੀ ਲੱਗੀ। ਸਾਨੂੰ ਪਤਾ ਲੱਗਦਾ ਪਿਆ ਕਿ ਢੇਰ ਰੋਲਾ ਪਿਆ। ਕਹਿੰਦਾ ਕੋਠੀ ਤੱਕ ਹੀ ਬੰਦਾ ਪਰੇਸ਼ਾਨ ਹੋ ਜਾਂਦਾ, ਇਤਨੀ ਸੋਹਣੀ ਕੋਠੀ ਬਣੀ ਸੀ। ਬਹਰਾਲ ਕਹਿੰਦਾ ਉੱਥੇ ਪੂਰੀ ਜਿਹੜਾ ਤਿਆਰੀ ਹੋ ਗਈ, ਉਸ ਤੋਂ ਬਾਅਦ ਪਤਾ ਲੱਗਾ ਸਮਾਨ ਸ਼ਾਨ ਉਹਨਾਂ ਦਾ ਕੋਠੀ 'ਚ ਆਉਣਾ ਸ਼ੁਰੂ ਹੋ ਗਿਆ। ਕਹਿੰਦਾ ਬੰਦੇ ਪੇ ਰਹਾਂਦੇ ਸੀ, 2-3 ਮੁੰਡੇ ਵੀ ਐਸੀ। ਕਹਿੰਦਾ ਮੈਂ ਵੀ ਨਾਲ ਰਲ ਕੇ ਤੇ ਸਮਾਨ ਰਹਾਣਾ ਸ਼ੁਰੂ ਕਰ ਦਿੱਤਾ। ਕਹਿੰਦਾ ਉਹ ਪਹਿਲਾ ਦਿਨ ਸੀ ਜਦੋਂ ਮੈਂ ਕੋਠੀ ਦੇ ਅੰਦਰ ਗਿਆ ਸਾਂ। ਕਹਿੰਦਾ ਕੋਠੀ ਜਾ ਕੇ ਅੰਦਰੋਂ ਦੇਖੀ ਤੇ ਮੈਂ ਪਰੇਸ਼ਾਨ ਹੋ ਗਿਆ। ਇਹ ਲੱਗਦਾ ਕੋਈ ਮਹਿਲਾ ਇਤਨਾ ਉਹਨਾਂ ਪੈਸਾ ਅੰਦਰ ਲਾਇਆ ਸੀ। ਕਹਿੰਦਾ ਬਾਹਰੋਂ ਤੇ ਮੈਂ ਦੇਖੀ ਸੀ, ਅੰਦਰੋਂ ਨਹੀਂ ਸੀ ਮੈਂ ਦੇਖੀ ਕਿ ਇਤਨੀ ਵਧੀਆ ਕੋਠੀ ਹੋ ਸਕਦੀ ਹੈ। ਬਹਰਾਲ ਕਹਿੰਦਾ ਸਮਾਨ ਸ਼ਾਨ ਮੈਂ ਨਾਲ ਹੋ ਕੇ ਰਹਾਇਆ। ਕਹਿੰਦਾ ਮੁੰਡੇ ਜਿਹੜਾ ਮੇਰੀ ਬੜੀ ਇੱਜ਼ਤ ਕਰਨ ਲੱਗ ਪਏ। ਉਹਨਾਂ ਕਿਹਾ ਆ ਜਾ ਬਹਿ ਜਾ, ਬੋਤਲ ਸ਼ੋਤਲ ਮੈਨੂੰ ਦਿੱਤੀ ਉਹਨੇ। ਕਹਿੰਦਾ ਮੈਂ ਬੋਤਲ ਸ਼ੋਤਲ ਪੀਤੀ। ਕਹਿੰਦਾ ਬਾਅਦ ਮੈਨੂੰ ਪਤਾ ਲੱਗਾ ਕਿ ਫੈਮਿਲੀ ਜਿਹੜੀ ਆ ਅਮਰੀਕਾ ਤੋਂ ਆਈ ਹੈ ਤੇ ਬੜੀ ਅਮੀਰ ਹੈ। ਲੇਕਿਨ ਕਹਿੰਦਾ ਮੈਂ ਝੱਟ ਬਹਿ ਕੇ ਤੇ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਤੁਹਾਡੇ ਗੁਆਂਢ ਹੀ ਰਹਿਣਾ। ਕਹਿੰਦਾ ਮੈਂ ਘਰ ਆ ਗਿਆ, ਇਤਨੀ ਦੇਰ ਨੂੰ ਕਹਿੰਦਾ ਉਹਨਾਂ ਦੀ ਛੋਟੀ ਬੱਚੀ ਹੋਣੀ ਆ ਕੋਈ 10 ਕੁ ਸਾਲ ਦੀ। ਕਹਿੰਦਾ ਉਹ ਦੌੜਦੀ ਸਾਡੇ ਘਰ ਆ ਗਈ। ਕਹਿੰਦਾ ਕੋਈ ਮੇਰੀ ਵੀ ਭੈਣ ਜਿਹੜੀ ਹੈ ਉਹਦੀ ਉਮਰ ਇਤਨੀ ਹੈ। ਕਹਿੰਦਾ ਉਹਦੇ ਨਾਲ ਖੇਡਣ ਲੱਗ ਪਈ। ਅੰਮਾਰਾ ਜਿਹੜਾ ਉਹਨੂੰ ਪਾਣੀ ਛਾਣੀ ਦਿੱਤਾ ਤੇ ਉਹਦੇ ਨਾਲ ਲਾਡ ਪਿਆਰ ਕਰਨ ਲੱਗ ਪਏ। ਕਹਿੰਦਾ ਇੰਨੀ ਦੇਰ ਨੂੰ ਉਹਨਾਂ ਦੀ ਜ਼ਨਾਨੀ ਆਈ, ਆ ਕੇ ਉਹਨੂੰ ਲੈ ਗਈ ਨਾਲ, 2-4 ਗੱਲਾਂ ਅੰਮਾ ਨਾਲ ਕੀਤੀ। ਉਸ ਭਲਾ ਅਸੀਂ ਇਸ ਤਰ੍ਹਾਂ ਗੁਆਂਢ ਆਏ ਆ। ਲੇਕਿਨ ਕਹਿੰਦਾ ਗਰੀਬ ਨਾਲ ਕੌਣ ਬੰਦਾ ਗੱਲਾਂ ਕਰਦਾ ਹੈ। ਬਹਰਾਲ ਕਹਿੰਦਾ ਉਹ ਉੱਠ ਕੇ ਟੁਰ ਗਈ। ਕਹਿੰਦਾ ਉਸ ਤੋਂ ਬਾਅਦ ਉਹਨਾਂ ਦੀ ਸ਼ਾਦੀ ਦੀ ਸੀ ਕੋਈ, ਉਹਦੀ ਤਿਆਰੀ ਸ਼ੁਰੂ ਹੋ ਗਈ। ਕਹਿੰਦਾ ਉਹ ਜਿਹੜੇ ਮੁੰਡੇ ਵਾਲੇ ਸੀ ਉਹ ਆਏ। ਕਹਿੰਦਾ ਢੇਰ ਗੱਡੀਆਂ ਲੈ ਕੇ ਆਏ। ਕਹਿੰਦਾ ਉਹਨਾਂ ਬਾਹਰ ਆ ਕੇ ਜਿਸਲੇ ਗੱਲ ਅੰਦਰ ਪੱਕੀ ਹੋ ਗਈ ਹੈ, ਬਾਹਰ ਉਹਨਾਂ ਢੋਲ ਵਜਾ ਕੇ ਤੇ ਕਹਿੰਦਾ ਪੈਸੇ ਸੱਟ ਕੇ, ਕਹਿੰਦਾ ਇਤਨੇ ਉਹਨਾਂ ਪੈਸੇ ਸੱਟੇ ਸਾਡੇ ਵਿਹੜੇ ਵੀ ਤਕਰੀਬਨ ਕਹਿੰਦਾ 4-5 ਹਜ਼ਾਰ ਰੁਪਇਆ ਆ ਕੇ ਡਿੱਗਾ ਜਿਹੜਾ ਸੱਚ ਚੁੱਕਿਆ ਸੀ। ਕਹਿੰਦਾ ਇਤਨੇ ਅਮੀਰ ਬੰਦੇ ਸੀ। ਕਹਿੰਦਾ ਬਹਰਾਲ ਪੂਰਾ ਜਸ਼ਨ ਦਾ ਮਾਹੌਲ ਆਇਆ ਉਹਨਾਂ ਦਾ। ਲੇਕਿਨ ਕਹਿੰਦਾ ਉਹ ਜਿਸਲੇ ਮੰਗਣੀ ਸ਼ਗਨੀ ਕਰਕੇ ਟੁਰ ਗਏ ਨੇ, ਉਸ ਤੋਂ ਬਾਅਦ ਕਹਿੰਦਾ ਹੋਰ ਇਹਨਾਂ ਦੇ ਕਾਰ ਮਹਿਮਾਨ ਆਉਣਾ ਸ਼ੁਰੂ ਹੋ ਗਏ। ਹਰ ਵਕਤ ਕੋਈ ਨਾ ਕੋਈ ਦੇਗ ਬਣਦੀ, ਕੋਈ ਨਾ ਕੋਈ ਆਰਡਰ ਆ ਰਿਹਾ ਖਾਣੇ ਦਾ। ਕਹਿੰਦਾ ਮੈਂ ਬਜ਼ਾਤੇ ਖੁਦ ਰਕਸ਼ੇ ਤੇ ਆਪੂ ਜਾ ਕੇ ਇਹਨਾਂ ਦੇ ਖਾਣੇ ਵਗੈਰਾ ਲੈ ਕੇ ਆਉਂਦਾ ਸਾਂ। ਬਹਰਾਲ ਕਹਿੰਦਾ ਇਹਨਾਂ ਦੇ ਘਰ ਜਿਹੜਾ ਪੂਰਾ ਮਾਹੌਲ ਬਣਿਆ ਸੀ, ਅਸੀਂ ਤੱਕ ਕੇ ਪਰੇਸ਼ਾਨ ਸਾਂ ਕਿ ਇਤਨਾ ਪੈਸਾ ਵੀ ਬੰਦਿਆਂ ਕੋਲ ਹੋ ਸਕਦਾ। ਬਹਰਾਲ ਕਹਿੰਦਾ ਉਹ ਇਸ ਤਰ੍ਹਾਂ ਹੋਇਆ ਕਿ ਉਹਨਾਂ ਦਾ ਕੋਈ ਮਸਲਾ ਬਣ ਗਿਆ। ਜਿਹੜਾ ਉਹ ਮੁੰਡੇ ਦੇ ਜਿਹੜਾ ਨਾ ਉਹ ਪਿਓ ਜਿਹੜਾ ਕੋਈ ਆਕੜ ਗਿਆ ਇਹਨਾਂ ਨਾਲ। ਕਹਿੰਦਾ ਇਹਨਾਂ ਦੇ ਘਰ ਆ ਕੇ ਰੋਲਾ ਪਾਇਆ ਤੇ ਚੰਗਾ ਭਲਾ ਰੋਲਾ ਪਿਆ ਸੀ। ਕਹਿੰਦਾ ਸਾਡੇ ਘਰ ਤੱਕ ਆਵਾਜ਼ ਆ ਰਹੀ ਸੀ। ਕਹਿੰਦਾ ਮੈਂ ਆਪਣੇ ਕੋਠੇ ਤੇ ਚੜਿਆ, ਹੋ ਸਕਦਾ ਮੈਨੂੰ ਕੋਈ ਗੱਲਾਂ ਦੀ ਆਵਾਜ਼ ਆਵੇ, ਲੇਕਿਨ ਇਹ ਪਤਾ ਲੱਗ ਰਿਹਾ ਸੀ ਲੜਾਈ ਪੇ ਕਰਦੇ, ਲੇਕਿਨ ਗੱਲਾਂ ਦੀ ਸਾਫ਼ ਆਵਾਜ਼ ਨਹੀਂ ਸੀ ਆ ਰਹੀ। ਬਹਰਾਲ ਕਹਿੰਦਾ ਮੈਨੂੰ ਕੋਠੇ ਤੇ ਚੜ ਕੇ ਵੀ ਕੋਈ ਸਮਝ ਨਾ ਆਈ। ਕਹਿੰਦਾ ਮੈਂ ਥੱਲੇ ਢਾਲਿਆ, ਮੈਂ ਅੰਮਾ ਨੂੰ ਆ ਕੇ ਦੱਸਿਆ ਕਿ ਇਹਨਾਂ ਦੇ ਘਰ ਤੇ ਲੜਾਈ ਪਈ ਹੁੰਦੀ ਹੈ। ਇਸ ਤਰ੍ਹਾਂ ਉਹ ਆਇਆ ਮੁੰਡੇ ਦਾ ਪਿਓ ਤੇ ਉਹ ਆ ਕੇ ਲੱਗਦਾ ਲੜਨ ਲੱਗਿਆ। ਬਹਰਾਲ ਕਹਿੰਦਾ ਥੋੜੀ ਦੇਰ ਨੂੰ ਜਿਸਲੇ ਅਸੀਂ ਬਾਹਰ ਨਿਕਲੇ ਤੇ ਉਹਨੇ ਜਿਹੜਾ ਨਾ ਉਹਦੇ ਜਿਹੜਾ ਕੁੜੀ ਦਾ ਪਿਓ ਹੈ ਉਹਨੂੰ ਗਲਮੇ ਤੋਂ ਫੜਿਆ ਤੇ ਉਹਨੂੰ ਬਾਹਰ ਪਿਆ ਤਰੀਕੇ। ਕਹਿੰਦਾ ਅੱਗੋਂ ਬੜੀ ਪਰੇਸ਼ਾਨੀ ਬਣੀ ਹੈ, ਕੀ ਮਸਲਾ। ਕਹਿੰਦਾ ਮੈਂ ਫਟਵਟ ਅੱਗੇ ਹੋ ਕੇ ਛਡਾਇਆ ਕਿ ਇਹਨਾਂ ਨੂੰ ਰੋਲਾ ਕੇ ਬਣ ਗਿਆ। ਲੇਕਿਨ ਕਹਿੰਦਾ ਬਹਰਾਲ ਉਹ ਜਿਸਲੇ ਉਹਨਾਂ ਨੂੰ ਛਡਾਇਆ ਤੇ ਉਹ ਟੁਰ ਗਿਆ। ਉਹਨੇ ਆਖਿਆ ਮੈਂ ਤੁਹਾਨੂੰ ਛੱਡਣਾ ਨਹੀਂ ਹੈ, ਤੈਨੂੰ ਕਤਲ ਕਰ ਦਿਆਂਗਾ। ਕਹਿੰਦਾ ਮੈਂ ਕੋਈ ਵਜ੍ਹਾ ਨਹੀਂ ਪੁੱਛੀ ਕਿ ਤੁਹਾਨੂੰ ਕੀ ਰੋਲਾ ਪੜਿਆ। ਕਹਿੰਦਾ ਇਹਨਾਂ ਦੇ ਜਸ਼ਨ ਉਹ ਮਨਾ ਰਹੇ ਸੀ। ਕਹਿੰਦਾ ਉਹ ਅੰਦਰ ਟੁਰ ਗਿਆ ਤੇ ਜਾ ਕੇ ਜਿਹੜਾ ਬੜਾ ਪਰੇਸ਼ਾਨ ਸੀ। ਕਹਿੰਦਾ ਮੇਰੀ ਅੰਮਾ ਰੀ ਉੱਠ ਕੇ ਗਏ ਉਹਨਾਂ ਦੇ ਘਰ ਜਾ ਕੇ ਪਤਾ ਤੇ ਕਰੀਏ ਮਸਲਾ ਕੀ ਬਣ ਗਿਆ। ਕਹਿੰਦਾ ਇਸ ਲਈ ਅੰਮਾ ਰੀ ਗਏ, ਉਹਨਾਂ ਗੱਲਬਾਤ ਕੋ ਨਾ ਦੱਸੀ, ਲੇਕਿਨ ਉਹ ਪਰੇਸ਼ਾਨ ਸੀ। ਉਹ ਆਏ ਸੀ ਥੋੜੀ ਜਿਹੀ ਛੁੱਟੀ, ਉਹਨਾਂ ਅੱਗੋਂ ਵਾਪਸ ਜਾਣਾ ਸੀ ਜਿਹੜਾ ਨਾ ਉਹ ਉੱਥੇ ਅਮਰੀਕਾ। ਕਹਿੰਦਾ ਅੱਗੋਂ ਸ਼ਾਦੀ ਜਿਹੜੀ ਉਹ ਕੈਂਸਲ ਹੋ ਗਈ। ਕਹਿੰਦਾ ਬਹਰਾਲ ਜਿਹੜਾ ਨਾ ਮੈਂ ਜਾ ਕੇ ਉੱਥੇ ਕੋਲ ਹੀ ਬੈਠਿਆ ਸਾਂ। ਕਹਿੰਦਾ ਮੇਰੇ ਵੱਲ ਉਹ ਤੱਕਦੇ ਸੀ ਪਏ। ਕਹਿੰਦਾ ਉਹਨਾਂ ਨੂੰ ਇਹ ਲੱਗਾ ਕਿ ਮੁੰਡਾ ਜਿਹੜਾ ਨਾ ਮੈਂ ਵੀ ਬੜਾ ਸੋਹਣਾ। ਕਹਿੰਦਾ ਪਰ ਮੈਂ ਰਕਸ਼ਾ ਚਲਾਉਂਦਾ ਸਾਂ। ਕਹਿੰਦਾ ਮੈਂ
ਮੈਂ ਤੇ ਸੋਚ ਵੀ ਨਹੀਂ ਸਕਦਾ ਕਿ ਐਡੀ ਵੱਡੀ ਆਫਰ ਮੇਰੇ ਵਾਸਤੇ ਆ ਸਕਦੀ ਹੈ। ਬਹਰਹਾਲ ਕਹਿੰਦਾ ਮੈਂ ਜਿਸਲੇ ਘਰ ਆ ਗਿਆ ਤੇ ਬਾਅਦ 'ਚ ਉਹ ਜਿਹੜੇ ਫੈਮਿਲੀ ਹੈ ਸਾਡੇ ਘਰ ਆਈ, ਆ ਕੇ ਆਂਦੀ ਹੈ ਮੇਰੀ ਅੰਮਾ ਨੂੰ ਕਿ ਮੁੰਡਾ ਤੁਹਾਡਾ ਸਾਨੂੰ ਪਸੰਦ ਹੈ, ਅਗਰ ਤੁਹਾਡਾ ਮੁੰਡਾ ਸ਼ਾਦੀ ਕਰ ਲੈਂਦਾ ਸਾਡੀ ਕੁੜੀ ਨਾਲ ਤੇ ਅਸੀਂ ਜਿਹੜਾ ਇਹਨੂੰ ਅਮਰੀਕਾ ਲੈ ਜਾਾਂਗੇ। ਕਹਿੰਦਾ ਅੰਮਾ ਜੀ ਆਪੂ ਪਰੇਸ਼ਾਨ ਹੋ ਗਏ ਕਿ ਕਿਹੜੀ ਗੱਲ ਪੇ ਕਰਦੇ ਨੇ, ਇਹ ਤੇ ਹੋ ਹੀ ਨਹੀਂ ਸਕਦਾ। ਨਾ ਕਿ ਅਸੀਂ ਤੇ ਗਰੀਬ ਜਿਹੇ ਬੰਦੇ ਆ, ਅਸੀਂ ਤੁਹਾਡੇ ਕਿੱਥੇ ਕਾਬੂ। ਨਾ ਕਿ ਤੁਸੀਂ ਇਸ ਗੱਲ ਨੂੰ ਛੱਡੋ, ਅਗਰ ਤੁਸੀਂ ਹਾਮੀ ਭਰਦੇ ਹੋ ਤੇ ਕੱਲ ਹੀ ਅਸੀਂ ਜਿਹੜਾ ਨਾ ਨਿਕਾਹ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਅਸੀਂ ਮੁੰਡੇ ਦਾ ਵੀਜ਼ਾ ਅਪਲਾਈ ਕਰਾਂਗੇ ਤੇ ਮੁੰਡੇ ਨੂੰ ਲੈ ਜਾਾਂਗੇ। ਅੰਮਾ ਜੀ ਕਹਿੰਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਬਿਲਕੁਲ ਰਾਜ਼ੀ ਹਾਂ। ਕਹਿੰਦਾ ਮੈਂ ਵੀ ਖੁਸ਼ ਹੋ ਗਿਆ, ਚਲੋ ਮੈਂ ਰਕਸ਼ਾ ਚਲਾਣਾ, ਮੈਂ ਅਮਰੀਕਾ ਟਰੂਨਾ। ਆਖਿਆ ਜੀ ਅੱਜ ਤੋਂ ਬਾਅਦ ਤੂੰ ਰਕਸ਼ਾ ਨਹੀਂ ਚਲਾਣਾ, ਅਸੀਂ ਤੇਰਾ ਜਿਹੜਾ ਸਾਰਾ ਹਿਆਰ ਰੱਖਾਂਗੇ। ਕਹਿੰਦਾ ਮੈਂ ਇਸੇ ਕੁੜੀ ਦੇਖੀ, ਕੁੜੀ ਵੀ ਬੜੀ ਸੋਹਣੀ ਸੀ, ਇਹ ਵੀ ਸਾਡੀ ਬਰਾਦਰੀ ਦੀ ਸੀ। ਕਹਿੰਦਾ ਮੇਰੇ ਅੱਗੋਂ ਮਸਲਾ ਖਰਾਬ ਹੋ ਗਿਆ, ਉਹ ਇਹ ਹੋਇਆ ਕਿ ਅੰਮਾਰਾਂ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਕਹਿੰਦਾ ਉਹ ਬੇਹੋਸ਼ ਹੋ ਗਏ ਘਰ ਹੀ। ਕਹਿੰਦਾ ਉਹਨਾਂ ਨੂੰ ਫਟਵਟ ਚੁੱਕ ਕੇ ਜਿਸਲੇ ਹਸਪਤਾਲ ਖੜਿਆ, ਕਹਿੰਦਾ ਹਸਪਤਾਲ ਖੜਿਆ ਤੇ ਉਹਨਾਂ ਆਖਿਆ ਨਹੀਂ ਜੀ ਤੁਸੀਂ ਇਹਨਾਂ ਨੂੰ ਇਸਲਾਮਾਬਾਦ ਪਿੰਡ ਹੀ ਲੈ ਜਾਓ ਕਿਉਂਕਿ ਇਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ, ਇੱਥੋਂ ਇਲਾਜ ਨਹੀਂ ਹੋ ਸਕਦਾ। ਕਹਿੰਦਾ ਮੇਰੇ ਦੂਸਰੇ ਦੋਵੇਂ ਭਾਈ ਜਿਹੜੇ ਨੇ ਉਹ ਵੀ ਨਾਲ ਟੁਰ ਪਏ। ਕਹਿੰਦਾ ਜਿਸਲੇ ਉੱਥੇ ਇਸਲਾਮਾਬਾਦ ਅਸੀਂ ਗਏ ਹਾਂ, ਜਾ ਕੇ ਉੱਥੇ ਦਾਖਲ ਕਰਾਇਆ। ਕਹਿੰਦਾ ਕੁੜੀ ਵਾਲੇ ਜਿਹੜੇ ਨੇ ਉਹ ਆਖਦੇ ਨੇ ਕਿ ਤੂੰ ਇੰਜ ਕਰ ਵਾਪਸ ਆ, ਅਸੀਂ ਨਿਕਾਹ ਕਰਨਾ ਹੈ ਕਿਉਂਕਿ ਅਸੀਂ ਬੰਦੇ ਬੁਲਾਏ ਨੇ। ਕਹਿੰਦਾ ਮੈਂ ਕਿਹਾ ਮੈਂ ਕਿਸ ਤਰ੍ਹਾਂ ਆਪਣੀ ਅੰਮਾਰਾਂ ਨੂੰ ਛੱਡ ਕੇ ਤੇ ਮੈਂ ਤੁਹਾਡੇ ਕੋਲ ਆ ਜਾ। ਉਹਨਾਂ ਆਖਿਆ ਨਹੀਂ ਜਿਹੜਾ ਤੈਨੂੰ ਲਾਜ਼ਮੀ ਆਉਣਾ। ਉਹਨੇ ਆਖਿਆ ਨਹੀਂ ਅੰਮਾ ਮੇਰੀ ਦਾ ਆਪਰੇਸ਼ਨ ਹੈ, ਮੈਂ ਇਸ ਤਰ੍ਹਾਂ ਛੱਡ ਕੇ ਨਹੀਂ ਆ ਸਕਦਾ। ਉਹਨਾਂ ਆਖਿਆ ਅਗਰ ਤੂੰ ਨਾ ਆਇਆ ਤੇ ਅਸੀਂ ਰਿਸ਼ਤਾ ਹੀ ਨਹੀਂ ਕਰਨਾ। ਕਹਿੰਦਾ ਮੈਂ ਕਿਹਾ ਤੁਸੀਂ 100 ਵਾਰੀ ਰਿਸ਼ਤਾ ਨਾ ਕਰੋ, ਮੈਨੂੰ ਕੋਈ ਲਾਲਚ ਨਹੀਂ ਹੈ, ਮੈਂ ਆਪਣੀ ਅੰਮਾ ਨੂੰ ਛੱਡ ਕੇ ਨਹੀਂ ਆ ਸਕਦਾ। ਕਹਿੰਦਾ ਭਰਾ ਮੇਰੇ ਆਂਦੇ ਨੇ ਕਿ ਤੂੰ ਕਿਹੜੀ ਗੱਲ ਪਿਆ ਕਰਨੇ, ਐਡਾ ਸੋਹਣਾ ਤੈਨੂੰ ਰਿਸ਼ਤਾ ਲੱਭਾ, ਅੰਮਾਰਾਂ ਦਾ ਅਸੀਂ ਹਿਆਰ ਆਖ ਲਾਂਗੇ, ਤੂੰ ਜਾ ਕੇ ਨਿਕਾਹ ਕਰਕੇ ਤੇ ਤੂੰ ਵਾਪਸ। ਉਹਨੇ ਆਖਿਆ ਮੈਂ ਨਹੀਂ ਜਾਣਾ ਜਿੰਨੀ ਦੇਰ ਤੱਕ ਮੇਰੀ ਅੰਮਾ ਜਿਹੜੀ ਆਪਰੇਸ਼ਨ ਨਹੀਂ ਹੋ ਜਾਂਦਾ, ਠੀਕ ਨਹੀਂ ਹੁੰਦੀ, ਅੰਮਾ ਮੇਰੀ ਇਜਾਜ਼ਤ ਦੇਗੀ ਤੇ ਫਿਰ ਮੈਂ ਜਾਵਾਂਗਾ। ਕਹਿੰਦਾ ਭਰਾਵਾਂ ਨੇ ਢੇਰ ਜ਼ੋਰ ਲਾਇਆ। ਮੈਂ ਕਿਹਾ ਮੈਂ ਨਹੀਂ ਜੇ ਜਾਣਾ, ਭਾਵੇਂ ਜੋ ਮਰਜ਼ੀ ਕਰ ਲਓ। ਕੁੜੀ ਵਾਲੇ ਕਹਿੰਦੇ ਜੀ ਇਹ ਮੁੰਡਾ ਹੀ ਬੜੀ ਆਕੜ ਵਾਲਾ, ਚਲੋ ਚੰਗੀ ਗੱਲ ਹੈ, ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਅਸੀਂ ਨਹੀਂ ਇਹ ਵਿਆਹ ਕਰਨਾ। ਕਹਿੰਦਾ ਮੈਂ ਚਲੋ ਨਹੀਂ ਕਰਨਾ ਤੇ 100 ਵਾਰੀ ਨਾ ਕਰੋ, ਅੱਗੇ ਆਪਣੀ ਜ਼ਿੰਦਗੀ ਗੁਜ਼ਾਰਦੇ ਸਾਂ ਪਏ, ਸਾਡਾ ਅੱਲਾ ਮਾਲਕ ਹੈ। ਬਹਰਹਾਲ ਕਹਿੰਦਾ ਉਹ ਜਿਹੜਾ ਨਾ ਉੱਠ ਕੇ ਟੁਰ ਗਏ। ਉਹਨਾਂ ਆਖਿਆ ਜੀ ਠੀਕ ਹੈ ਅਸੀਂ ਆਪੇ ਕੁੜੀ ਵਾਸਤੇ ਹੋਰ ਕੋਈ ਰਿਸ਼ਤਾ ਤੱਕ ਲਾਂਗੇ। ਕਹਿੰਦਾ ਅੱਗੋਂ ਇਸ ਤਰ੍ਹਾਂ ਹੋਇਆ ਕਿ ਜਿਸਲੇ ਅੰਮਾਰਾਂ ਦਾ ਆਪਰੇਸ਼ਨ ਹੋਇਆ, ਅੰਮਾਰੀ ਅੱਲਾ ਕੀਤਾ ਤੇ ਠੀਕ ਹੋ ਗਏ। ਜਿਸਲੇ ਅੰਮਾਰੀ ਠੀਕ ਹੋਏ ਤੇ ਅੰਮਾਰਾ ਪਹਿਲਾ ਸਵਾਲ ਇਹ ਕੀਤਾ ਕਿ ਮੁੰਡਿਆ ਤੇਰਾ ਨਿਕਾਹ ਹੋ ਗਿਆ। ਮੈਂ ਕਿਹਾ ਅੰਮਾ ਜੀ ਮੇਰਾ ਕਿੱਥੋਂ ਨਿਕਾਹ ਹੋਣਾ, ਤੁਹਾਡੀ ਤਬੀਅਤ ਖਰਾਬ ਹੋ ਗਈ ਸੀ, ਤੁਹਾਡਾ ਆਪਰੇਸ਼ਨ ਹੋਇਆ, 2 ਦਿਨ ਬਾਅਦ ਤੁਹਾਡੀਆਂ ਅੱਖਾਂ ਖੁੱਲੀਆਂ ਨੇ ਤੇ ਮੈਂ ਕਿਸ ਤਰ੍ਹਾਂ ਜਾ ਕੇ। ਉਹਨਾਂ ਆਖਿਆ ਨਾ ਪੁੱਤਰ ਐਡਾ ਸੋਹਣਾ ਰਿਸ਼ਤਾ ਸੀ, ਤੂੰ ਜਾਣਾ ਸੀ ਜਾ ਕੇ ਨਿਕਾਹ। ਉਹਨੇ ਆਖਿਆ ਨਹੀਂ ਅੰਮਾ ਜੀ ਜਿੰਨੀ ਦੇਰ ਤੱਕ ਤੁਸੀਂ ਨਹੀਂ ਸ਼ਾਮਲ ਹੋਣਾ ਮੈਂ ਕਿਸ ਤਰ੍ਹਾਂ ਨਿਕਾਹ ਕਰ ਲੈਂਦਾ। ਬਹਰਹਾਲ ਕਹਿੰਦਾ ਜਿਸਲੇ 4-5 ਦਿਨ ਬਾਅਦ ਅੰਮਾਰੀ ਘਰ ਆਏ ਨੇ, ਕਹਿੰਦਾ ਅੱਗੋਂ ਉਹਨਾਂ ਵਾਪਸ ਜਾਣਾ ਸੀ। ਅੰਮਾਰੀ ਗਏ, ਉਹਨਾਂ ਆਖਿਆ ਕਿ ਇਸ ਤਰ੍ਹਾਂ ਜਿਹੜਾ ਮੁੰਡਾ ਸਾਡਾ ਜਿਹੜਾ ਨਾ ਜਜ਼ਬਾਤੀ ਜਿਹਾ ਮੇਰੇ ਨਾਲ ਬੜਾ ਪਿਆਰ ਕਰਦਾ ਹੈ ਤੇ ਤੁਸੀਂ ਜਿਹੜਾ ਨਾ ਗੁੱਸਾ ਕਰੋ ਤੇ ਅਸੀਂ ਜਿਹੜਾ ਮੁੰਡੇ ਦਾ ਨਿਕਾਹ। ਉਹਨਾਂ ਆਖਿਆ ਜੀ ਨਾ ਅਸਾਂ ਹੁਣ ਨਿਕਾਹ ਸ਼ਾਕੋ ਨਹੀਂ ਕਰਨਾ, ਹੁਣ ਸਾਡਾ ਟਾਈਮ ਹੋ ਗਿਆ, ਸਾਡੇ ਮਹਿਮਾਨ ਵੀ ਸਾਰੇ ਵਾਪਸ ਟੁਰ ਗਏ ਨੇ, ਪਹਿਲਾਂ ਵੀ ਸਾਡਾ ਕੁੜੀ ਨਾਲ ਇਹ ਹੀ ਮਸਲਾ ਬਣਿਆ, ਹੁਣ ਜਿਹੜਾ ਫਿਰ ਸਾਡੀ ਕੁੜੀ ਨਾਲ ਇਹ ਹੀ ਮਸਲਾ ਬਣਿਆ, ਇਸ ਵਾਸਤੇ ਅਸੀਂ ਨਹੀਂ ਕਰਦੇ ਹੈ ਵੀ। ਬਹਰਹਾਲ ਕਹਿੰਦਾ ਮੈਂ ਕਿਹਾ ਠੀਕ ਹੈ ਅੱਲਾ ਦੇ ਵਾਲੇ। ਅੰਮਾ ਵੀ ਆਖਣ ਪੁੱਤਰ ਤੂੰ ਚੰਗਾ ਨਹੀਂ ਕੀਤਾ। ਮੈਂ ਕਿਹਾ ਅੰਮਾ ਜੀ ਛੱਡੋ, ਜੋ ਮੇਰੇ ਨਸੀਬਾਂ ਸੀ ਉਹ ਹੀ ਹੋਣਾ। ਕਹਿੰਦਾ ਬਹਰਹਾਲ ਉਹ ਨਾ ਫੈਮਿਲੀ ਜਿਹੜੀ ਆ ਉਹ ਵਾਪਸ ਟੁਰ ਗਈ। ਕਹਿੰਦਾ ਜਿਸਲੇ ਉਹ ਵਾਪਸ ਗਈ, ਕਹਿੰਦਾ 2 ਕੁ ਮਹੀਨੇ ਗੁਜ਼ਰੇ ਤੇ ਉਹਨਾਂ ਜਿਹੜਾ ਨਾ ਮੇਰੀ ਅੰਮਾ ਨਾਲ ਰਾਬਤਾ ਕੀਤਾ। ਉਹਨਾਂ ਜਿਸਲੇ ਰਾਬਤਾ ਕੀਤਾ ਉਹਨਾਂ ਆਖਿਆ ਹਾਲਾ ਜੀ ਦੱਸੋ ਹੁਣ ਕਦੋਂ ਨਿਕਾਹ ਕਰਨਾ ਜੇ, ਅਸੀਂ ਜਿਹੜਾ ਆ ਵੀ ਨਿਕਾਹ ਵਾਸਤੇ। ਕਹਿੰਦਾ ਫਿਰ ਸੁਣ ਕੇ ਅੰਮਾ ਜੀ ਪਰੇਸ਼ਾਨ ਹੋ ਗਏ। ਪੁੱਤਰ ਉਹ ਫਿਰ ਇਹ ਗੱਲ ਪੇ ਕਹਿੰਦਾ। ਮੈਂ ਕਿਹਾ ਅੰਮਾ ਜੀ ਜਿਸ ਤਰ੍ਹਾਂ ਤੁਹਾਡਾ ਦਿਲ ਕਰਦਾ ਤੁਸੀਂ ਉਸ ਤਰ੍ਹਾਂ ਕਰੋ, ਹੁਣ ਤੁਹਾਡੀ ਸਿਹਤ ਠੀਕ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਵੀ। ਕਹਿੰਦਾ ਅਗੂ ਆਂਦੇ ਨਾ ਜੀ ਅਸੀਂ ਅਗਲੇ ਮਹੀਨੇ ਆ ਰਹੇ ਹਾਂ ਤੇ ਹੁਣ ਸਾਡਾ ਦਿਲ ਹੈ ਕਿ ਅਸੀਂ ਸ਼ਾਦੀ ਜਿਹੜੀ ਆ ਧੂਮ-ਧਾਮ ਨਾਲ ਕਰੀਏ ਕਿਉਂਕਿ ਸਾਡੀ ਕੁੜੀ ਨੇ ਇਹ ਆਖਿਆ ਕਿ ਮੁੰਡਾ ਮੈਨੂੰ ਬੜਾ ਪਸੰਦ ਹੈ, ਖੁਦਦਾਰ ਹੈ, ਆਪਣੀ ਮਾਂ ਦਾ ਹਿਆਰ ਰੱਖਣ ਵਾਲਾ, ਉਹਨੇ ਕਿਸੇ ਚੀਜ਼ ਦੀ ਕੋਈ ਲਾਲਚ ਨਹੀਂ ਹੈ। ਇਸ ਵਾਰ ਕੁੜੀ ਕਹਿੰਦੀ ਹੈ ਮੈਂ ਸ਼ਾਦੀ ਕਰਾਂਗੀ ਤੇ ਉਹਦੇ ਨਾਲ ਹੀ ਕਰਾਂਗੀ। ਕਹਿੰਦੇ ਚਲੋ ਸਹੀ ਹੈ ਠੀਕ ਹੈ, ਜਦੋਂ ਤੁਸੀਂ ਆਵੋ ਅਸੀਂ ਕਰਨ ਨੂੰ ਤਿਆਰ ਹਾਂ, ਲੇਕਿਨ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਕੋਲ ਇਤਨਾ ਪੈਸਾ ਨਹੀਂ ਹੈ, ਇਤਨਾ ਸਰਮਾਇਆ ਨਹੀਂ ਹੈ ਕਿ ਅਸੀਂ ਤੁਹਾਡੇ ਜਿੰਨਾ ਪੈਸਾ ਲਾਉਣਾ। ਕਿ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ, ਬਾਕੀ ਸਾਡੀ ਜ਼ਿੰਮੇਵਾਰੀ ਹੈ। ਕਹਿੰਦਾ ਮੈਨੂੰ ਆਂਦੇ ਨੇ ਕਿ ਤੂੰ ਅੱਜ ਤੋਂ ਬਾਅਦ ਰਕਸ਼ਾ ਨਹੀਂ ਚਲਾਣਾ। ਕਹਿੰਦਾ ਉਹਨਾਂ ਮੇਰਾ ਰਕਸ਼ਾ ਜਿਹੜਾ ਛਡਵਾ ਦਿੱਤਾ। ਉਹਨਾਂ ਸਾਡੇ ਘਰ ਪੈਸੇ ਪਾਏ ਚੰਗੇ ਖੁੱਲੇ। ਉਹਨਾਂ ਆਖਿਆ ਜੀ ਤੁਸੀਂ ਇਹ ਕੋਠੀ ਦੀ ਚਾਬੀ ਵੀ ਲਓ, ਉੱਥੇ ਜਾ ਕੇ ਰਵਿਆ ਕਰੋ। ਕਹਿੰਦਾ ਅੰਮਾ ਜੀ ਕਹਿੰਦੇ ਨਾ ਅਸੀਂ ਆਪਣੇ ਘਰ ਹੀ ਰਵਾਂਗੇ, ਇਹ ਹੈ ਕਿ ਤੁਹਾਡੇ ਘਰ ਅਗਰ ਕੋਈ ਸਫਾਈ ਸ਼ਾਈ ਕਰਨੀ ਹੋਵੇ ਤਾਂ ਅਸੀਂ 100 ਵਾਰੀ ਕਰ ਆਵਾਂਗੇ, ਲੇਕਿਨ ਅਸੀਂ ਉੱਥੇ ਜਾ ਕੇ ਨਹੀਂ ਰਹਿਣਾ। ਬਹਰਹਾਲ ਕਹਿੰਦਾ ਅੰਮਾ ਜੀ ਨਾ ਗਏ। ਬਹਰਹਾਲ ਕਹਿੰਦਾ ਜਿਸਲੇ ਉਹ ਆਏ ਆ ਕੇ ਜਨਾਬ ਕਹਿੰਦਾ ਇਸ ਤਰ੍ਹਾਂ ਲੱਗਦਾ ਕਿ ਸਾਡੀ ਫੈਮਿਲੀ ਦੇ ਨਹੀਂ। ਕਹਿੰਦਾ ਉਹਨਾਂ ਰੱਜ ਪੈਸੇ ਸਾਨੂੰ ਦਿੱਤੇ, ਹੋਟਲ ਛੋਟਲ ਉਹਨੇ ਹੀ ਬੁੱਕ ਕਰਾਏ, ਜੋ ਜ਼ੇਵਰ ਹੈ ਹਰ ਚੀਜ਼ ਕਹਿੰਦਾ ਉਹਨਾਂ ਖਰਚਾ ਕੀਤਾ। ਅੰਮਾਰਾ ਢੇਰ ਮਨਾ ਕੀਤਾ ਕਿ ਸਾਡੇ ਤੇ ਕੋਈ ਪੈਸਾ ਨਾ ਲਓ, ਭਲਕੇ ਤੁਸੀਂ ਕੋਈ ਗੱਲ ਕੀਤੀ ਅਸੀਂ ਤੇ ਥਾਂ ਹੀ ਮਾਰੋ। ਨਾ ਆਖਿਆ ਨਹੀਂ ਇਹ ਮੁੰਡਾ ਤੁਹਾਡਾ ਸਾਡਾ ਹੀ ਹੈ, ਅਸੀਂ ਇਹਨੂੰ ਅਮਰੀਕਾ ਲੈ ਜਾਵਾਂਗੇ, ਤੁਸੀਂ ਪਰੇਸ਼ਾਨ ਨਹੀਂ ਹੋਣਾ। ਬਹਰਹਾਲ ਕਹਿੰਦਾ ਉਹਨਾਂ ਜਿਸਲੇ ਸ਼ਾਦੀ ਕੀਤੀ ਢੇਰ ਉਹਨਾਂ ਆਪਣੀ ਫੈਮਿਲੀ ਬੁਲਾਈ, ਸਾਰੇ ਆਖਣ ਕਿ
ਰਿਕਸ਼ੇ ਵਾਲੇ ਮੁੰਡੇ ਨਾਲ ਜਿਹੜਾ ਇਹਨਾਂ ਨਿਕਾਹ ਕਰਾ ਦਿੱਤਾ ਲੇਕਿਨ ਕਹਿੰਦਾ ਉਹ ਆਂਦਾ ਸਾਨੂੰ ਕੋਈ ਇਤਰਾਜ਼ ਨਹੀਂ, ਮੁੰਡਾ ਬੜਾ ਚੰਗਾ ਹੈ। ਕਹਿੰਦਾ ਪਰ ਜਿਸ ਮੇਰੀ ਸ਼ਾਦੀ ਹੋ ਗਈ ਉਹਨਾਂ ਆਖਿਆ ਜੀ ਐ ਨਹੀਂ ਕਰ, ਤੂੰ ਸਾਡੀ ਕੋਠੀ ਵਿੱਚ ਹੀ ਆ ਜਾ। ਇੱਥੇ ਉਹਨੇ ਕਿਹਾ ਨਾ ਮੈਂ ਕੋਠੀ 'ਚ ਨਹੀਂ ਰਹਿਣਾ, ਕੁੜੀ ਤੁਹਾਡੀ ਜਿਹੜੀ ਹੈ ਸਾਡੇ ਘਰ ਆਵੇਗੀ ਜਿੱਥੇ ਮੇਰੀ ਅੰਮਾ ਹੈ, ਅਗਰ ਮੇਰੀ ਅੰਮਾ ਇੱਥੇ ਆ ਕੇ ਰਵੇ ਤੇ ਮੈਂ ਵੀ ਇੱਥੇ ਰਵਾਂ। ਕਹਿੰਦਾ ਮੇਰੀ ਅੰਮਾ ਨੂੰ ਮਨਾਉਣ ਵਾਸਤੇ ਗਏ, ਉਹਨਾਂ ਕਿਹਾ ਨਾ ਜੀ ਮੈਂ ਨਹੀਂ ਇੱਥੇ ਰਹਿਣਾ, ਮੁੰਡਾ ਅਗਰ ਇੱਥੇ ਆਉਂਦਾ ਤੇ 100 ਬਿਸਮਿਲ੍ਲਾ ਮੈਂ ਮੁੰਡੇ ਨੂੰ ਆਖਾਂਗੀ ਕਿ ਕੋਠੀ 'ਚ ਆ ਕੇ ਰਹਿ ਲਵੇ। ਲੇਕਿਨ ਕਹਿੰਦਾ ਮੈਂ ਕਿਹਾ ਅੰਮਾ ਜੀ ਨਾ, ਹੁਣ ਤੁਸੀਂ ਵੀ ਮੇਰੀ ਗੱਲ ਸੁਣਨੀ ਹੈ, ਕੁੜੀ ਇੱਥੇ ਆ ਕੇ ਰਹੇ। ਕਹਿੰਦਾ ਕੁੜੀ ਨੇ ਆਖਿਆ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਇੱਥੇ ਆ ਕੇ ਰਹਿ ਸਕਨੀ ਹਾਂ। ਉਹਨਾਂ ਆਖਿਆ ਜੀ ਠੀਕ ਹੈ ਜਿਸ ਤਰ੍ਹਾਂ ਤੁਹਾਡੀ ਮਰਜ਼ੀ। ਕਹਿੰਦਾ ਉਹਨਾਂ ਬੈੱਡ ਸ਼ੈੱਡ ਬਾਰਾ ਸਾਨੂੰ ਨਵਾਂ ਰਹਾ ਕੇ ਦਿੱਤਾ। ਕਹਿੰਦਾ 2-3 ਕਮਰੇ ਸਾਡੇ, ਕਹਿੰਦਾ ਹੈ ਵੀ ਸਿੰਗਲ ਹੀ ਸੀ, ਉਸ ਤਰ੍ਹਾਂ ਕੋਠੀ ਥੋੜੀ ਸੀ, ਨਾ ਹੀ ਏਸੀ ਲੱਗੇ ਸੀ। ਕਹਿੰਦਾ ਪਰ ਕੁੜੀ ਬੜੀ ਖੁਸ਼ ਹੋ ਕੇ ਮੇਰੇ ਕੋਲ ਆਈ, ਕਹਿੰਦੀ ਮੈਨੂੰ ਤੂੰ ਬੜਾ ਪਸੰਦ ਆਇਆ, ਖੁਦਦਾਰ ਬੰਦੇ ਹੈ ਤੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਖੁਦਦਾਰ ਹੀ ਰਵੀਂ, ਕਦੇ ਵੀ ਤੂੰ ਚੇਂਜ ਨਾ। ਉਹਨੇ ਕਿਹਾ ਮੈਂ ਨਹੀਂ ਚੇਂਜ ਹੁੰਦਾ, ਤੂੰ ਨਾ ਚੇਂਜ ਹੋਵੀਂ। ਕਹਿੰਦਾ ਪਰ ਸਾਡੇ ਆਪਸ 'ਚ ਬੜਾ ਪਿਆਰ ਹੋ ਗਿਆ, ਸਾਡੀ ਸ਼ਾਦੀ ਹੋ ਗਈ। ਕਹਿੰਦਾ ਜਿੰਨੇ ਦਿਨ ਹੋ ਰਹੀ ਹੈ ਉਹਨੇ ਆਖਿਆ ਮੈਂ ਕੋਠੀ 'ਚ ਨਹੀਂ ਰਹਿਣਾ, ਮੈਂ ਐਸੇ ਮਕਾਨ 'ਚ ਰਹਿਣਾ ਅਮੀਰਾ ਕੋਲ। ਕਹਿੰਦਾ ਮੇਰੀ ਅੰਮਾ ਨੂੰ ਉਹ ਵੀ ਅੰਮੀ ਆਖਦੀ ਸੀ, ਕਹਿੰਦਾ ਅੰਮੀ ਬੜਾ ਪਿਆਰ ਕਰਦੇ ਸੀ ਉਹਨੂੰ। ਕਹਿੰਦਾ ਜਿੰਨੇ ਦਿਨ ਰਹਿ ਕੇ ਗਏ ਸਾਰੀ ਫੈਮਿਲੀ ਬੜੇ ਖੁਸ਼। ਉਹਨਾਂ ਆਖਿਆ ਠੀਕ ਹੈ ਜੀ ਮੁੰਡਿਆ ਤੂੰ ਆਪਣਾ ਪਾਸਪੋਰਟ ਬਣਵਾ, ਅਸੀਂ ਜਿਹੜਾ ਤੈਨੂੰ ਬਾਹਰ ਮਿਲਾ ਲੈਣਾ। ਕਹਿੰਦਾ ਬਹਰਹਾਲ ਤਕਰੀਬਨ 6-7 ਮਹੀਨੇ ਲੱਗੇ। ਕਹਿੰਦਾ ਉਹਨਾਂ ਮੇਰਾ ਵੀਜ਼ਾ ਅਪਲਾਈ ਕੀਤਾ ਤੇ ਕਹਿੰਦਾ ਮੈਂ ਜਿਹੜਾ ਫਿਰ ਉਹ ਇੱਥੇ ਅਮਰੀਕਾ ਆ ਗਿਆ। ਕਹਿੰਦਾ ਜਿਸ ਵੇਲੇ ਅਮਰੀਕਾ ਆ ਕੇ ਫਿਰ ਕੰਮ ਸ਼ਮ ਕਰਨਾ ਸ਼ੁਰੂ। ਨਾ ਕਿ ਤੂੰ ਰੱਜ ਪੈਸੇ ਭੇਜ, ਜਿੰਨੇ ਪੈਸੇ ਭੇਜਨੇ ਨਹੀਂ, ਜੇ ਕੋਠੀ ਸਾਡੀ ਤੂੰ ਨਾ ਲਵਾਉਣੀ ਹੈ ਉਹ ਲਵਾ ਕੇ ਆਪਣੇ ਘਰ ਦੇ ਨੂੰ ਉੱਥੇ ਭੇਜ ਦਿਓ। ਨਾ ਕਿ ਨਹੀਂ ਮੈਂ ਨਹੀਂ ਕੋਠੀ ਲਵਾਉਂਦਾ, ਬਸ ਤੁਸੀਂ ਮੈਨੂੰ ਕੰਮ ਲਵਾਓ, ਮੈਂ ਕੰਮ ਕਰਾਂ ਆਪਣੇ ਪੈਸੇ ਕਮਾ। ਕਹਿੰਦਾ ਕੁੜੀ ਬੜੀ ਚੰਗੀ ਸੀ, ਉਹ ਵੀ ਮੈਨੂੰ ਪੈਸੇ ਦਿੰਦੀ। ਕਹਿੰਦਾ ਮੇਰੇ ਕੋਲ ਇਤਨਾ ਕੋਈ ਪੈਸਾ ਹੋ ਗਿਆ ਮੇਰੇ ਕੋਲ ਸੰਭਾਲਣ ਨਹੀਂ ਸੀ ਹੁੰਦਾ। ਕਹਿੰਦਾ ਮੈਂ ਉਹਨੂੰ ਆਖਿਆ ਕਿ ਮੈਂ ਆਪਣੀ ਅੰਮਾ ਨੂੰ ਬੁਲਾਉਣਾ ਚਾਹੁੰਦਾ, ਮੇਰੀ ਬੜੀ ਖੁਆਇਸ਼ ਹੈ। ਕਹਿੰਦਾ ਫਿਰ ਮੈਂ ਆਪਣੀ ਅੰਮਾ ਨੂੰ ਇੱਥੇ ਬੁਲਾਇਆ, ਬੁਲਾ ਕੇ ਆਪਣੇ ਕੋਲ ਰੱਖਿਆ। ਕਹਿੰਦਾ ਆਪਣੇ ਭਰਾਵਾਂ ਨੂੰ ਰੱਜ ਪੈਸੇ ਟੋਰੇ ਨੇ, ਚੰਗੇ ਭਲੇ ਉਹਨਾਂ ਨੂੰ ਕਾਰੋਬਾਰ ਸੈੱਟ ਕਰਕੇ ਦਿੱਤੇ ਨੇ। ਕਹਿੰਦਾ ਉਹ ਵੀ ਸੈੱਟ ਨੇ, ਮੈਂ ਵੀ ਸੈੱਟ ਹਾਂ। ਲੇਕਿਨ ਕਹਿੰਦਾ ਮੈਂ ਬਹਰਹਾਲ ਉਸ ਵੇਲੇ ਆਕੜ ਗਿਆ ਸਾਂ ਕਿ ਮੈਂ ਇਹ ਸ਼ਾਦੀ ਨਹੀਂ ਕਰਨੀ ਜਿੰਨੀ ਦੇਰ ਤੱਕ ਮੇਰੀ ਅੰਮਾ ਦੀ ਤਬੀਅਤ ਨਹੀਂ ਸੈੱਟ ਹੁੰਦੀ। ਕਹਿੰਦਾ ਅੱਜ ਉਹੀ ਗੱਲ ਜਿਹੜੀ ਹੈ ਇਹਨਾਂ ਨੂੰ ਪਸੰਦ ਆਈ ਹੈ। ਕਹਿੰਦਾ ਕਦੇ ਕਦੇ ਬੰਦਾ ਲਾਲਚ ਕਰ ਜੇ ਤੇ ਬੰਦਾ ਥੱਲੇ ਰਹਿ ਜਾਂਦਾ, ਨਾ ਲਾਲਚ ਕਰੇ ਤੇ ਆਪੇ ਅੱਲਾਹ ਤਾਲਾ ਤੁਹਾਡਾ ਸਾਥ ਦਿੰਦਾ ਹੈ। ਕਹਿੰਦਾ ਇਸ ਟਾਈਮ ਮੈਂ ਬੜਾ ਖੁਸ਼ ਹਾਂ, ਜ਼ਨਾਨੀ ਮੈਨੂੰ ਬੜੀ ਅੱਛੀ ਲੱਭੀ ਹੈ। ਬਾਕੀ ਅਗਰ ਇਹ ਕਿ ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਕੋਸ਼ਿਸ਼ ਕਰਿਆ ਕਰੋ, ਲਾਈਕ ਵੀ ਕਰਿਆ ਕਰੋ, ਕਮੈਂਟਸ ਵੀ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।